सत श्री अकाल एनबी न्यूज़ देख रहे सारे दर्शकों का स्वागत है। मैं तुहाडे नाल गुरप्रीत सिंह चट्ठा। बुलेटिन की शुरुआत करांगे वड्डी खबर नाल, जिथे किसान लगातार खेती कानूनों के खिलाफ दिल्ली वाल कूच करते नज़र आ रहे हैं। उत्थे ही जिला श्री फतेहगढ़ साहब के पिंड चनारथल कलां के नौजवानों वालों दिल्ली अमृतसर नैशनल हाईवे ते सरहद दे विच किसानां लई लंगर लगाया गया। उत्थे ही मीडिया नाल गलबात करते हुए पिंड वासियों ने दस्सिया कि किसानां वालों खेती कानूनों के खिलाफ शांतमई ढंग नाल प्रदर्शन किया जा रहा सी, पर मंगां ना मनण कारण हुण किसानां नूं दिल्ली घेरन लई मजबूर होना पै रहा है। नाल ही उन्हां खेती कानूनां नूं रद्द करवाउण दे लई केंद्र नूं मंग भी कीती है। ਇਹ ਲੰਗਰ ਜੀ ਪਿੰਡ ਚਨਾਰਥਲ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਲਿਆਂਦਾ ਗਿਆ ਜੀ। ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਲੰਗਰ ਜੋ ਕਿ ਸੰਗਤ ਕਿਸਾਨ ਆਪਣਾ ਕੰਮਕਾਰ ਘਰ-ਬਾਰ ਛੱਡ ਕੇ ਦਿੱਲੀ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ, ਕਿਸਾਨੀ ਬਿੱਲਾਂ ਦੇ ਖਿਲਾਫ ਸੰਘਰਸ਼ ਕਰਨ ਲਈ ਜਾ ਰਹੇ ਹਨ। ਇਹ ਲੰਗਰ ਉਹਨਾਂ ਦੇ ਵਾਸਤੇ ਲਿਆਂਦਾ ਗਿਆ ਜੀ। ਹੁਣ ਤੱਕ ਕਿੰਨੀਆਂ ਕੁ ਟਰਾਲੀਆਂ ਇੱਥੋਂ ਲੰਘ ਚੁੱਕੀਆਂ ਨੇ? ਹੁਣ ਤੱਕ ਜੀ ਅਸੀਂ ਘੱਟੋ ਘੱਟ 3 ਤੋਂ 4 ਘੰਟੇ ਦੇ ਵਿੱਚ 500 ਤੋਂ 600 ਟਰਾਲੀ ਲੰਘ ਚੁੱਕੀ ਆ। ਅਸੀਂ ਲੰਗਰ ਦੀ ਸੇਵਾ ਕੀਤੀ ਹੈ। ਵੱਡੀ ਗਿਣਤੀ 'ਚ ਕਿਸਾਨ ਦਿੱਲੀ ਜਾ ਰਹੇ ਨੇ, ਕੀ ਕੇਂਦਰ ਉੱਤੇ ਇਸ ਦਾ ਪ੍ਰਭਾਵ ਪਾ ਸਕਣਗੇ? ਦੇਖੋ ਜੀ, ਕੇਂਦਰ ਦੇ ਪ੍ਰਭਾਵ ਪੈਣਾ ਤਾਂ ਚਾਹੀਦਾ ਹੈ। ਕਿਸਾਨੀ ਬਿਲਕੁਲ ਰੁਲ ਚੁੱਕੀ ਹੈ। ਰੁਲੀ ਹੋਈ ਕਿਸਾਨੀ ਨੂੰ, ਖਤਮ ਹੋਈ ਕਿਸਾਨੀ ਨੂੰ ਬਚਾਉਣ ਦੇ ਲਈ ਪੰਜਾਬ ਦਾ ਕਿਸਾਨ ਜੋ ਕਿ ਹੁਣ ਬੇਵੱਸ ਹੋ ਚੁੱਕਿਆ ਸੀ, ਹੁਣ ਘਰ ਰਹਿ ਕੇ ਵੀ ਉਸ ਕੋਲ ਕੋਈ ਹੋਰ ਹੱਲ ਨਹੀਂ ਸੀ। लगातार केंद्र मीटिंग करती नजर आ रही है, किसानों नाल बेतुका रहंदे नजर आ रहे हैं। 3 तरीक ਨੂੰ ਵੀ ਸੱਦੀ ਹੈ ਜੀ। ਦੇਖੋ, ਮੀਟਿੰਗਾਂ ਹੜਤਾ ਕਿਸਾਨ ਅੰਦੋਲਨ ਤੋਂ ਪਹਿਲਾਂ ਬੁਲਾਈਆਂ ਜਾਂਦੀਆਂ, ਜੋ ਕਿ ਕੱਲ ਅੰਦੋਲਨ ਦੀ ਤਰੀਕ ਹੈ, ਤਾਂ ਉਹਨਾਂ ਮੀਟਿੰਗਾਂ ਦੇ ਵਿੱਚ ਕਿਸਾਨ ਜਾਂਦੇ, ਕੋਈ ਗੱਲਬਾਤ ਕਰਦੇ, ਪਰ ਇਹ ਸਿਰਫ ਇਹ ਮੀਟਿੰਗਾਂ ਇੱਕ ਦਿਖਾਵਾ ਹੈ ਜੋ ਕਿ ਅੰਦੋਲਨ ਨੂੰ ਦਬਾਉਣ ਲਈ ਅੰਦੋਲਨ ਤੋਂ ਬਾਅਦ ਬੁਲਾਈਆਂ ਗਈਆਂ ਨੇ। ਪਹਿਲਾਂ ਵੀ ਮੀਟਿੰਗਾਂ ਹੋਈਆਂ ਨੇ, ਕੋਈ ਨਤੀਜਾ ਨਹੀਂ ਨਿਕਲਿਆ। ਸਿਰਫ ਕਿਸਾਨੀ ਅੰਦੋਲਨ ਨੂੰ ਦਬਾਉਣ ਵਾਸਤੇ ਇਹ ਮੀਟਿੰਗਾਂ ਇੱਕ ਡਰਾਮੇਬਾਜ਼ੀ ਹੈ ਮੋਦੀ ਸਰਕਾਰ ਦੀ ਤੇ ਬੀਜੇਪੀ ਸਰਕਾਰ ਦੀ। ਤੇ ਉਹਨਾਂ ਦੀ ਇੱਕ ਬਹੁਤ ਵੱਡੀ ਨਾਕਾਮੀ ਹੈ, ਜੋ ਕਿ ਪੰਜਾਬ ਦੇ ਸਭ ਤੋਂ ਵੱਡੇ ਵਰਗ ਨੂੰ, ਜੋ ਕਿ ਪੂਰੇ ਹਿੰਦੁਸਤਾਨ ਦਾ, ਪੂਰੀ ਦੁਨੀਆ ਦਾ ਅੰਨਦਾਤਾ ਹੈ, ਉਹਦੇ ਖਿਲਾਫ ਨੀਤੀਆਂ ਬਣਾਈਆਂ ਜਾ ਰਹੀਆਂ ਨੇ। ਅਸੀਂ ਪਿੰਡ ਚਨਾਰਥਲ ਕਲਾਂ ਤੋਂ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ ਅਸੀਂ ਲੰਗਰ ਲੈ ਕੇ ਆਏ ਹਾਂ, ਜੋ ਕਿ ਦਿੱਲੀ ਨੂੰ ਸੰਗਤ ਸਾਡੀ ਜਾ ਰਹੀ ਆ। ਅਸੀਂ ਉਹਨਾਂ ਨੂੰ ਲੰਗਰ ਦੀ ਇੱਥੇ ਸੇਵਾ ਕਰਦੇ ਹਾਂ। ਤੇ ਜਿਹੜੇ ਕੇਂਦਰ ਸਰਕਾਰ ਵੱਲੋਂ ਕਾਨੂੰਨ ਲਿਆਂਦੇ ਗਏ ਨੇ, ਉਹ ਲਗਾਤਾਰ ਉਹਦਾ ਵਿਰੋਧ ਹੁੰਦਾ ਨਜ਼ਰ ਆ ਰਿਹਾ। ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ, ਤੁਹਾਨੂੰ ਲੱਗਦਾ ਕਿ ਰੱਦ ਹੋਣਗੇ? ਹਾਂ ਜੀ, ਹਾਂ, ਅਸੀਂ ਰੱਦ ਕਰਾ ਕੇ ਛੱਡਣੇ ਨੇ। ਕੇਂਦਰ ਸਰਕਾਰ ਦੀ ਜ਼ਰੂਰਤ ਹੈ ਕਿ ਇਹਨੂੰ ਰੱਦ ਨਾ ਕਰੇ। ਇੰਨੀ ਸੰਗਤ ਇੱਥੋਂ ਜਾ ਰਹੀ ਆ, ਇਹ ਹੁਣ ਰੱਦ ਕਰਾ ਕੇ ਹੀ ਅਸੀਂ ਵਾਪਸ ਮੁੜਾਂਗੇ। ਜਦੋਂ ਉਨੀ ਦੇਰ ਤੱਕ ਇੱਥੇ ਲੰਗਰ ਅਸੀਂ ਆਪਣਾ ਜਾਰੀ ਰੱਖਾਂਗੇ। ਜਦੋਂ ਤੁਸੀਂ ਲੰਗਰ ਲਾਇਆ ਇੱਥੇ, ਕਿੰਨੀ ਕੁ ਸੰਗਤ ਲੰਘਦੀ ਹੋਈ, ਕਿੰਨੇ ਕਿਸਾਨ ਲੰਘਦੇ ਤੁਹਾਨੂੰ ਨਜ਼ਰ ਆਏ ਨੇ ਹੁਣ ਤੱਕ? ਸਾਡੇ ਕੋਲ ਜਦੋਂ ਅਸੀਂ ਪਿੰਡ ਤੋਂ ਤੁਰੇ ਸੀਗੇ, ਸਾਡੇ ਕੋਲ 5000 ਗਲਾਸ ਸੀਗਾ, ਜੋ ਕਿ ਅਸੀਂ ਕੱਲਾ ਅਸੀਂ ਇੱਥੇ ਚਾਹ ਦੀ ਸੇਵਾ ਸੀਗੀ, ਨਾਲ ਉਹ ਪ੍ਰਸ਼ਾਦੇ ਸੀਗੇ ਸਾਡੇ ਕੋਲ, ਅਸੀਂ ਕੀਤੀ ਆ ਜੀ। ਹੁਣ ਤੁਸੀਂ ਆਪਣੇ ਤੇ ਹਿਸਾਬ ਲਾ ਸਕਦੇ ਹੋ ਕਿ ਵਿੱਚ ਬਹੁਤ ਸਾਰੀਆਂ ਟਰਾਲੀਆਂ ਸੀਗੀਆਂ ਜੋ ਕਿ ਸਿੱਧੀ ਲੰਘਦੀਆਂ ਨਹੀਂ ਰੁਕੀਆਂ ਸਾਡੇ ਕੋਲ। ਮੈਂ ਬੇਨਤੀ ਕਰਨੀ ਚਾਹੁੰਦਾ ਸਮੂਹ ਨਗਰ ਨਿਵਾਸੀਆਂ ਨੂੰ ਵੀ ਇਹ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ, ਇਹਦੇ ਵਿੱਚ ਵੱਧ ਤੋਂ ਵੱਧ ਆਪਾਂ ਜਿੰਨਾ ਵੀ ਹਿੱਸਾ ਪਾ ਸਕਦੇ ਹਾਂ ਉਹਨਾਂ ਥੋੜ੍ਹਾ। ਜੇ ਆਪਾਂ ਕਿਤੇ ਜਾ ਨਹੀਂ ਸਕਦੇ, ਆਪਾਂ ਘਰੋਂ ਲੰਗਰ ਬਣਾ ਕੇ ਇਹ ਸੰਗਤ ਜੋ ਇੰਝ ਦੂਰੋਂ ਚੱਲ ਕੇ ਆ ਰਹੀ ਆ, ਆਪਾਂ ਸੰਗਤ ਦੀ ਸੇਵਾ ਕਰ ਲਈ, ਆਪਾਂ ਚੰਗੇ ਭਾਗਾਂ ਵਾਲੇ ਹੋਵਾਂਗੇ। ਵੀ ਆਪਣੇ ਜ਼ਿਲ੍ਹੇ ਦਾ ਸਭ ਤੋਂ ਬੜਾ ਪਿੰਡ ਹੈ ਵੀ ਆਪਾਂ ਇਹ ਲੰਗਰ ਨਿਰੰਤਰ ਚੱਲੇ। ਮੈਂ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਲੰਗਰ ਨਿਰੰਤਰ ਚੱਲਣਾ ਚਾਹੀਦਾ, ਬਿਨਾਂ ਕਿਸੇ ਪਾਰਟੀਬਾਜ਼ੀ ਤੋਂ, ਬਿਨਾਂ ਕਿਸੇ ਭੇਦਭਾਵ ਤੋਂ, ਬਿਨਾਂ ਕਿਸੇ ਲੋਭ ਲਾਲਚ ਤੋਂ। ਠੀਕ ਹੈ। ਸਾਡੇ ਦਰਮਿਆਨ ਬਹੁਤ ਹੀ ਸਟਾਰ ਪਲੇਅਰ ਭਾਈ ਮੰਗੀ ਜੀ, ਜੋ ਵਰਲਡ ਕੱਪ ਦੇ ਸਾਡੇ ਕੈਪਟਨ ਵੀ ਰਹੇ ਆ ਕਬੱਡੀ ਟੀਮ ਦੇ, ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਡੇ ਲੰਗਰ ਵਿੱਚ ਪਹੁੰਚੇ ਨਹੀਂ, ਕਿਸਾਨ ਅੰਦੋਲਨ ਦਾ ਹਿੱਸਾ ਬਣੇ ਨੇ, ਬਹੁਤ ਬਹੁਤ ਧੰਨਵਾਦ ਕਰਦਾ ਜੀ ਸਮੂਹ ਨਗਰ ਚਨਾਰਥਲ ਦਾ ਬੰਦਾ ਭਾਈ ਮੰਗੀ ਬੱਗੇ ਪਿੰਡ ਦਾ। ਕਿਸਾਨ ਲਗਾਤਾਰ ਦਿੱਲੀ ਵੱਲ ਕੂਚ ਕਰ ਰਹੇ ਨੇ, ਪਰ ਕੇਂਦਰ ਸਰਕਾਰ ਝੁਕਦੀ ਨਜ਼ਰ ਨਹੀਂ ਆ ਰਹੀ। ਤੁਹਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਜਿਹੜੇ ਮੋਰਚੇ ਨੂੰ ਸਫਲ ਹੋਣਗੇ? ਕੋਈ ਵੀ ਮੋਰਚਾ ਇਹੋ ਜਿਹਾ ਜਿਹੜਾ ਨਾ ਸਫਲ ਹੋਇਆ ਹੋਵੇ, ਪਰ ਇਹ ਲੋਕਾਂ ਨੂੰ ਸਾਥ ਦੇਣ ਦੀ ਲੋੜ ਹੈ। ਜੇ ਪਿੰਡਾਂ 'ਚੋਂ ਮੈਂ 50% ਨਹੀਂ, ਜੇ 40-30% ਵੀ ਲੋਕ ਨਿਕਲਣ, ਦਿੱਲੀ ਕੋਈ ਬਹੁਤ ਵੱਡੀ ਚੀਜ਼ ਨਹੀਂ ਕਿ ਦਿੱਲੀ ਹਿੱਲਣ ਨੂੰ ਲੋਕ ਇੱਕ ਦਿਨ 'ਚ ਦਿੱਲੀ ਹਿਲਾ ਸਕਦੇ ਨੇ, ਜੇ ਸਮੂਹ ਸੰਗਤ ਆਪਣੇ ਸੱਚੇ ਦਿਲੋਂ ਲੋਕਾਂ ਦੇ ਨਾਲ ਜੁੜ ਕੇ ਚੱਲੇ। ਪਹਿਲਾਂ ਜੀ ਕੇਂਦਰ ਨਾਲ ਮੀਟਿੰਗ ਹੋਈਆਂ ਨੇ, ਜਿਹੜੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਬੇਸਿੱਟਾਂ ਰਹੀਆਂ ਨੇ। ਉਸ ਤੋਂ ਬਾਅਦ ਹੁਣ 3 ਦਸੰਬਰ ਨੂੰ ਰੱਖੀ ਗਈ ਹੈ ਮੀਟਿੰਗ, ਉਹਦੇ ਵਿੱਚ ਕੋਈ ਹੱਲ ਹੋਣ ਦੀ ਸੰਭਾਵਨਾ ਹੈ? ਹੱਲ ਦਾ ਵੀ ਦਿੱਲੀ ਦੀ ਗਰਦਨ ਤੇ ਗੋਡਾ ਰੱਖ ਕੇ ਹੱਲ ਕਰਾਉਣਾ ਪੈਣਾ। ਇਹ ਇੰਨਾ ਸੌਖਾ ਮੋਦੀ ਮੰਨਣ ਵਾਲਾ ਨਹੀਂ ਗਾ। ਜੇ ਆਪਾਂ ਉਹਦੀ ਧੌਣ ਤੇ ਗੋਡਾ ਰੱਖਾਂਗੇ, ਮੋਦੀ ਦਾ ਕੀ ਅਕਾਲੀ ਵਰਗ। केंद्र के खेती कानूनों के खिलाफ लगातार किसान दिल्ली के वल कूच करते नजर आ रहे हैं। किसानों की इको एक मंग है कि खेती कानून रद्द करवा के ही रहणगे ते उत्थे ही किसान ने जिहड़े
ਉਹ ਲਗਾਤਾਰ ਦਿੱਲੀ ਵੱਲ ਕੂਚ ਕਰਦੇ ਨਜ਼ਰ ਆ ਰਹੇ ਨੇ। ਪਰ ਜਿਹੜੀ ਫੋਰਸ ਲਗਾਈ ਹੋਈ ਹੈ, ਪੁਲਿਸ ਲਗਾਈ ਹੋਈ ਹੈ, ਉਸ ਵੱਲੋਂ ਲਗਾਤਾਰ ਕਿਸਾਨਾਂ ਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ। ਪਾਣੀ ਦੀਆਂ ਵਿਛਾੜਾਂ ਵੀ ਕਿਸਾਨਾਂ ਉੱਤੇ ਪੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਪੰਜਾਬ ਤੋਂ ਆਪਣੇ ਸਾਧਨਾਂ ਤੇ ਆਪਣੇ ਟਰੈਕਟਰ ਟਰਾਲੀਆਂ ਦੇ ਰਾਹੀਂ ਦਿੱਲੀ ਵੱਲ ਕੂਚ ਕਰਦੇ ਨਜ਼ਰ ਆ ਰਹੇ ਨੇ। ਵਧੇਰੇ ਜਾਣਕਾਰੀ ਲਈ ਸਾਡੇ ਸੀਨੀਅਰ ਪੱਤਰਕਾਰ ਵਨੀਤ ਕਪੂਰ ਫੋਨ ਲਾਈਨ ਤੇ ਨੇ। ਵਨੀਤ, ਦਿੱਲੀ ਵੱਲ ਲਗਾਤਾਰ ਕਿਸਾਨਾਂ ਦਾ ਕੂਚ ਜਾਰੀ ਹੈ। ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਆਪਣੇ ਟਰੈਕਟਰ ਟਰਾਲੀਆਂ ਰਾਹੀਂ ਦਿੱਲੀ ਵੱਲ ਕੂਚ ਕਰਦੇ ਨਜ਼ਰ ਆ ਰਹੇ ਨੇ। ਕੀ ਲੱਗਦਾ ਹੈ ਕਿਸਾਨ ਦਿੱਲੀ ਪਹੁੰਚ ਪਾਉਣਗੇ? ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਦਿੱਲੀ ਦੇ ਵਿੱਚ ਜਾ ਕੇ ਵਿਰੋਧ ਪ੍ਰਦਰਸ਼ਨ ਕਰਾਂਗੇ, ਦਿੱਲੀ ਤੋਂ ਬਿਨਾਂ ਰੁਕਣ ਵਾਲੇ ਨਹੀਂ ਹੈ। ਇਸ ਤਰ੍ਹਾਂ ਦੀ ਗੱਲ ਕਿਸਾਨਾਂ ਨੇ ਸਪਸ਼ਟ ਕਰ ਦਿੱਤੀ ਹੈ। ਔਰ ਹਰਿਆਣਾ ਬਾਰਡਰ ਤੇ ਜਿਸ ਰੋਕਣ ਦੀ ਕੋਸ਼ਿਸ਼ ਕੀਤੀ ਸੀ ਔਰ ਜਿਸ ਢੰਗ ਨਾਲ ਪੁਲਿਸ ਨੇ ਪਾਣੀ ਦੀ ਬੁਛਾਰਾਂ ਕੀਤੀਆਂ, ਹੰਝੂ ਗੈਸ ਦੇ ਗੋਲੇ ਸੁੱਟੇ, ਉਸ ਤੋਂ ਬਾਅਦ ਵੀ ਜਦ ਕਿਸਾਨ ਨਹੀਂ ਰੁਕੇ ਤੇ ਸਪਸ਼ਟ ਹੈ ਕਿ ਕਿਸਾਨ ਦਿੱਲੀ ਜਾ ਕੇ ਰਹਿਣਗੇ, ਬਜਾਏ ਬਿਨਾਂ ਸਿੱਧੇ ਤੌਰ ਤੇ ਉਹ ਰੁਕਣ ਵਾਲੇ ਨਹੀਂ ਹੈ। ਸਪਸ਼ਟ ਕਰ ਦਿੱਤਾ ਕਿਸਾਨਾਂ ਨੇ ਵੀ ਕਿ ਭਾਵੇਂ ਜਿੰਨੀ ਮਰਜ਼ੀ ਤਸ਼ੱਦਦ ਕਰ ਲਓ, ਆਪਾਂ ਸਾਡੇ ਹੌਸਲੇ ਜਿਹੜੇ ਆ ਉਹ ਪਸਤ ਨਹੀਂ ਹੋਣ ਵਾਲੇ ਔਰ ਆਪਣੀ ਗੱਲ ਮਨਵਾ ਕੇ ਰਵਾਂਗੇ। ਇਸੇ ਕਰਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਦਬਾਅ ਹੇਠ ਲੈਣ ਲਈ ਲਗਾਤਾਰ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਦਿੱਲੀ ਵੱਲ ਨੂੰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਜੀ ਵਨੀਤ, ਕਿਸਾਨਾਂ ਦੀ ਇੱਕੋ ਇੱਕ ਮੰਗ ਹੈ, ਜਾਇਜ਼ ਮੰਗ ਹੈ ਕਿ ਨਾ ਤਾਂ ਉਹਨਾਂ ਨੇ ਕੋਈ ਕ੍ਰਾਈਮ ਕੀਤਾ, ਨਾ ਕੋਈ ਕਤਲ ਕੀਤਾ। ਉਹਨਾਂ ਦੀ ਮੰਗ ਹੈ, ਉਹਨਾਂ ਦੀਆਂ ਹੱਕੀ ਮੰਗਾਂ ਨੇ ਜਿਸ ਨੂੰ ਲੈ ਕੇ ਉਹ ਸੰਘਰਸ਼ ਕਰ ਰਹੇ ਨੇ। ਪਰ ਜਿਹੜਾ ਪ੍ਰਸ਼ਾਸਨ ਦਾ ਤਸ਼ੱਦਦ ਹੈ ਉਹ ਕਿਸਾਨਾਂ ਉੱਤੇ ਭਾਰੀ ਪੈਂਦਾ ਹੋਇਆ ਨਜ਼ਰ ਆ ਰਿਹਾ ਤੇ ਕਿਸਾਨ ਵੀ ਨੇ ਜਿਹੜੇ ਉਹ ਡੋਲਦੇ ਨਜ਼ਰ ਨਹੀਂ ਆ ਰਹੇ। ਦੇਖੋ, ਸਿੱਧੇ ਤੌਰ ਤੇ ਕਿਸਾਨਾਂ ਦੀ ਇੱਕ ਹੀ ਮੰਗ ਹੈ ਕਿ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿੱਚ ਕਿਸਾਨਾਂ ਦੇ ਮਨ ਮੁਤਾਬਿਕ ਜਿਹੜਾ ਉਹ ਸੋਧ ਕੀਤੀ ਜਾਏ ਜਾਂ ਫਿਰ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਏ। ਇੱਥੇ MSP ਦੇ ਇੰਸ਼ੋਰੈਂਸ ਲਈ ਇੱਕ ਹੋਰ ਵਕਤ ਤੋਂ ਕਾਨੂੰਨ ਬਣਾ ਦਿੱਤਾ ਜਾਏ ਤਾਂ ਕਿ MSP ਜਿਹੜੀ ਹੈ ਉਹ ਇੰਸ਼ੋਰੈਂਸ ਹੋਏ ਉਸਦਾ, ਕਿ MSP ਜਿਹੜੀ ਹੈ ਉਸ ਤੋਂ ਘੱਟ ਖਰੀਦ ਕੋਈ ਵੀ ਅਗਰ ਕੰਪਨੀ ਕਰਦੀ ਹੈ ਤੇ ਫਿਰ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਕਿਸਾਨ ਕੋਲ ਹੋਏਗਾ, ਉਸ ਨੂੰ ਸਜ਼ਾ ਮਿਲੇਗੀ। ਇਸ ਤਰ੍ਹਾਂ ਦੀ ਗੱਲਾਂ ਕਿਸਾਨ ਕਹਿੰਦੇ ਮੰਨਣ ਲਈ ਤਿਆਰ ਨਹੀਂ ਹੈ। ਇਸੇ ਕਰਕੇ ਲਗਾਤਾਰ ਵਿਰੋਧ ਪ੍ਰਦਰਸ਼ਨ ਜਿਹੜੇ ਨੇ ਵੱਧਦੇ ਨਜ਼ਰ ਆ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆ ਵਿਰੋਧ ਪ੍ਰਦਰਸ਼ਨ ਜਿਹੜੇ ਹੋਰ ਵੀ ਵੱਧਦੇ ਨਜ਼ਰ ਆਣਗੇ, ਕਿਉਂਕਿ ਅੱਜ ਦਿੱਲੀ ਦੇ ਵਿੱਚ ਜਦ ਪੁਲਿਸ ਨਾਲ ਟਾਕਰਾ ਹੋਏਗਾ ਉਸ ਸਮੇਂ ਸਿਚੁਏਸ਼ਨ ਵੇਖਣ ਵਾਲੀ ਰਹੇਗੀ ਕਿਸ ਢੰਗ ਦੀ ਰਹਿੰਦੀ ਹੈ। ਦੀ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਨੂੰ ਰਜ਼ਾਮੰਦ ਕਰ ਪਾਉਂਦੀ ਹੈ। ਵਨੀਤ, ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਕਿਸਾਨ ਜਿਹੜੇ ਉਹ ਹਰਿਆਣੇ ਦੇ ਵਿੱਚ ਐਂਟਰ ਹੀ ਨਹੀਂ ਕਰ ਪਾਉਣਗੇ, ਪਰ ਲਗਾਤਾਰ ਤਕਨੀਕੀ ਖਰਾਬੀ ਹੋਣ ਕਾਰਨ ਸਾਡਾ ਸੰਪਰਕ ਨਹੀਂ ਹੋ ਪਾਇਆ। ਲਗਾਤਾਰ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਤੇ ਨੇ। ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਇਸ ਮੋਰਚੇ ਤੇ ਡਟੇ ਹੋਏ ਨੇ। ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਿਸਾਨਾਂ ਨੂੰ ਰੋਕਣ ਦਾ, ਸਮਝਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਜਾ ਕੇ ਹੀ ਰਹਿਣਗੇ। ਪਾਣੀ ਲੈ ਕੇ ਚੱਲਾਂਗੇ। ਸਾਨੂੰ ਅਸੀਂ ਕੋਈ ਨੇਤਾ ਨਹੀਂ, ਸਾਡੇ ਕੋਲ ਕੋਈ ਵੀ, ਅਸੀਂ ਸਾਰੇ ਕਿਸਾਨ ਆ, ਲੱਗੇ ਆ, ਲੈ ਕੇ ਚੱਲਾਂਗੇ। ਮੇਰਾ ਵੀਰ ਧਿਆਨ ਰੱਖਿਓ। ਬਿਲਕੁਲ ਜਾਵਾਂਗੇ ਜ਼ਰੂਰ। ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਐਕਸਕਲੂਸਿਵ ਤਸਵੀਰਾਂ NB ਨਿਊਜ਼ ਤੇ ਤੁਹਾਨੂੰ ਦਿਖਾ ਰਹੇ ਹਾਂ। ਕਿਸਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨਜ਼ਰ ਆ ਰਹੇ ਨੇ। ਪੰਜਾਬ ਤੋਂ ਆਪਣੇ ਸਾਧਨਾਂ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਅਤੇ ਉਹਨਾਂ ਦੇ ਆਗੂ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ, ਦਿੱਲੀ ਵੱਲ ਕੂਚ ਕਰਦੇ ਹੋਏ ਨਜ਼ਰ ਆ ਰਹੇ ਨੇ। ਇੱਕ ਜੋਸ਼ ਤੇ ਜਜ਼ਬੇ ਦੇ ਨਾਲ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ, ਪਰ ਉੱਥੇ ਹੀ ਪ੍ਰਸ਼ਾਸਨ ਵੱਲੋਂ ਰੋਕਿਆ ਜਾ ਰਿਹਾ ਹੈ। ਵਨੀਤ, ਕਿਹਾ ਜਾ ਰਿਹਾ ਸੀਗਾ ਕਿ ਕਿਸਾਨ ਨੇ ਜਿਹੜੇ ਉਹ ਤਾਂ ਹਰਿਆਣੇ ਵਿੱਚ ਹੀ ਨਹੀਂ ਐਂਟਰ ਕਰ ਪਾਉਣਗੇ, ਪਰ ਹੁਣ ਕਿਹਾ ਜਾ ਰਿਹਾ ਪਾਣੀਪਤ ਕਿਸਾਨ ਪਹੁੰਚ ਚੁੱਕੇ ਨੇ। ਕੀ ਲੱਗਦਾ ਹੈ ਦਿੱਲੀ ਦੂਰ ਨਹੀਂ? ਦੇਖੋ, ਪਾਣੀਪਤ ਤੋਂ ਵੀ ਅੱਗੇ ਕਿਸਾਨ ਜਿਹੜੇ ਨੇ ਵੱਧਦੇ ਨਜ਼ਰ ਆ ਰਹੇ ਨੇ। ਪਾਣੀਪਤ ਦੇ ਵਿੱਚ ਵੀ ਇੱਕ ਥਾਂ ਤੇ ਜਿਹੜਾ ਬੈਰੀਗੇਟਿੰਗ ਕੀਤੀ ਗਈ ਸੀ, ਉਹ ਬੈਰੀਗੇਟਿੰਗ ਜਿਹੜੀ ਹੈ ਉਹ ਤੋੜ ਦਿੱਤੀ ਗਈ ਹੈ ਔਰ ਅੱਗੇ ਵੱਧਦੇ ਕਿਸਾਨ ਲਗਾਤਾਰ ਨਜ਼ਰ ਆ ਰਹੇ ਨੇ ਔਰ ਤਕਰੀਬਨ ਕਿਹਾ ਜਾ ਰਿਹਾ ਹੈ ਕਿ 1 ਵਜੇ ਦੇ ਆਸ-ਪਾਸ ਦਿੱਲੀ ਪਹੁੰਚ ਜਾਣਗੇ ਕਿਸਾਨ ਔਰ ਜਿਹੜਾ ਕੁੰਡਲੀ ਬਾਰਡਰ ਹੈ ਉੱਥੇ ਜਾ ਕੇ ਧਰਨਾ ਪ੍ਰਦਰਸ਼ਨ ਕਰਦੇ ਨਜ਼ਰ ਆਣਗੇ। ਉੱਥੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਦੇ ਨਜ਼ਰ ਆਣਗੇ, ਕਿਉਂਕਿ ਸਾਰੇ ਇੰਤਜ਼ਾਮਾਤ ਹਰਿਆਣਾ ਪੁਲਿਸ ਨੇ ਕੀਤੇ ਸੀ। ਪ੍ਰਸ਼ਾਸਨ ਦੀ ਤਰਫੋਂ ਜਿਹੜੇ ਇੰਤਜ਼ਾਮਾਤ ਕੀਤੇ ਗਏ ਸੀ ਉਹ ਧਰੇ ਦੇ ਧਰੇ ਰਹਿ ਗਏ ਨੇ। ਕਿਸਾਨਾਂ ਦੇ ਹੌਸਲੇ ਜਿਹੜੇ ਨੇ ਉਹ ਪਸਤ ਹੁੰਦੇ ਹੋਏ ਨਜ਼ਰ ਨਹੀਂ ਆ ਰਹੇ, ਕਿਉਂਕਿ ਲਗਾਤਾਰ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਜਾਰੀ ਹੈ। ਪਰ ਵਿਰੋਧ ਪ੍ਰਦਰਸ਼ਨ ਦਾ ਹੀ ਸਵਰੂਪ ਹੈ ਕਿ ਹਰਿਆਣਾ ਪੁਲਿਸ ਜਿਹੜੀ ਹੈ आपको रोका गया है। हाँ जी, रोका गया। क्या कहेंगे, क्या प्लान, कब तक आप यहाँ पे बैठ सकते हैं? ਦੇਖੋ, ਅਸੀਂ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਸ ਸੰਘਰਸ਼ ਦੇ ਆਗੂ ਮੋਢੀ ਵਰਕਰ ਬਣ ਕੇ ਇੱਥੇ ਪਹੁੰਚੇ ਆ, ਕਿਉਂਕਿ ਜਿਹੜੀਆਂ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਹੈ ਉਹ ਸਾਨੂੰ ਆਰਡੀਨੈਂਸ ਚਾਹੀਦੇ ਨਹੀਂ ਜਿਹੜੇ ਭਾਰਤ ਸਰਕਾਰ ਸਾਨੂੰ ਦੇਣਾ ਚਾਹੁੰਦੀ ਹੈ।
ਅਸੀਂ ਉਹਨਾਂ ਦੇ ਆਰਡੀਨੈਂਸਾਂ ਤੋਂ ਖਿਲਾਫ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨ ਵਾਸਤੇ ਕਿਸਾਨ ਮਜ਼ਦੂਰ ਸਾਰੇ ਇਕੱਠੇ ਹੋ ਕੇ ਆਏ ਆ। ਪਿੱਛੇ ਵੀ ਬਹੁਤ ਤਕੜੇ ਬਾਰਡਰ ਬੈਰੀਅਰ ਲਾਏ ਹੋਏ ਸੀਗੇ, ਬਹੁਤ ਤਕੜੇ ਜਾਮ ਲਾਏ ਹੋਏ ਸੀ, ਉਹ ਸਾਰੇ ਹੀ ਅਸੀਂ ਤੋੜ ਕੇ ਆਏ ਆ। ਪਰ ਇਹ ਜਿਹੜਾ ਅੱਗੇ ਜਾਮ ਲੱਗਿਆ ਵਾ ਬਹੁਤ ਮਾੜੀ ਗੱਲ ਹੈ। ਸਾਡੀ ਹੀ ਮਤਲਬ ਜਿਹੜੀ ਕੰਟਰੀ ਆ, ਸਾਡੀ ਕੰਟਰੀ ਦੀ ਰਾਜਧਾਨੀ ਸਾਡੀ ਦਿੱਲੀ ਹੈ, ਸਾਨੂੰ ਆਪਣੀ ਰਾਜਧਾਨੀ ਵਿੱਚ ਵੜਨ ਦਾ ਹੁਕਮ ਨਹੀਂ, ਜਦ ਕਿ ਕਿਸਾਨਾਂ ਨੇ ਅੱਜ ਤੱਕ ਕਿਸੇ ਵੀ ਜਗ੍ਹਾ ਤੇ ਕੋਈ ਹੁੱਲੜਬਾਜੀ, ਸਾਰਾ ਕੰਮ ਪੀਸਫੁਲ ਹੁਣ ਤੱਕ ਰੱਖਿਆ। ਪਿੱਛੇ ਵੀ ਭਾਵੇਂ ਪਾਣੀ ਦੀਆਂ ਵਿਛਾੜਾਂ ਵੀ ਮਾਰੀਆਂ, ਡੰਡੇ ਵੀ ਖਾਧੇ, ਪਰ ਕਿਸੇ ਕਿਸਾਨ ਵੱਲੋਂ ਹੱਥ ਨਹੀਂ ਚੱਕਿਆ ਗਿਆ। ਅਸੀਂ ਇਸੇ ਤਰ੍ਹਾਂ ਪੀਸਫੁਲ ਸੰਘਰਸ਼ ਆਪਣਾ ਲੈ ਕੇ ਜਾਣਾ ਹੈ। ਉਸ ਬੋਲੀ ਸਰਕਾਰ ਦੇ ਕੰਨ ਖੋਲ੍ਹਣ ਵਾਸਤੇ ਜੋ ਸਾਡੀ ਸਮੁੱਚੀ ਲੀਡਰਸ਼ਿਪ ਦਾ ਟੀਚਾ ਹੈ ਕਿਸਾਨ ਯੂਨੀਅਨ ਦਾ, ਅਸੀਂ ਉੱਥੇ ਤੱਕ ਪਹੁੰਚਣਾ ਹੈ ਜਿੱਥੇ ਪਿੱਛੇ 10-12 ਬਾਰਡਰ ਤੋੜ ਕੇ ਆਏ हैं, ਇਹ ਵੀ ਤੋੜ ਕੇ ਅਸੀਂ ਅੱਗੇ ਲੰਘਾਂਗੇ, ਪੀਸਫੁल ਲੰਘਾਂਗੇ। जब सरकार ने ये कानून बनाया था तो पार्लियामेंट में भी दलील दी थी, जब ऑर्डिनेंस आया था तब भी दलील दी थी कि इससे किसानों को फायदा होगा, जो मंडियां हैं उसमें से बिचौलिए हट जाएंगे। ये तमाम दलीलें सरकार ने दी हैं, आप लोगों को क्या लगता है? बिल्कुल नहीं, कोई फायदा होना, कोई दलालिया नहीं, बिचौलिया नहीं बीच में है, कोई कुछ नहीं है। सरकार का ड्रामा है। आड़ती भी एक किसान का ATM है, आड़ती किसान का ATM है। जे आड़ती नूं विचोलिया कहना, आड़ती दे नाल किसान का बहुत रिश्ता जुड़िया वा, ਉਹਨੂੰ ਇਹ ਵਿਚੋਲੀਆ ਦੱਸ ਦੇ, ਇਹ ਵੀ ਬਹੁਤ ਮਾੜੀ ਗੱਲ ਹੈ। ਦੂਜੀ ਗੱਲ ਹੈ, ਇਹ ਕਿਸਾਨ ਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਜਦੋਂ ਕਿਸਾਨ ਆਪ ਮਰਦਾ ਹੈ, ਉਹ ਕਿਸੇ ਦੇ ਵਿਚੋਲੇ ਤੇ ਬੈਠਣ ਤੋਂ ਘਰ ਨਹੀਂ ਬੈਠ ਸਕਦਾ, ਕਿਸੇ ਦੇ ਕਹਿਣ ਤੋਂ ਮੂਹਰੇ ਆ ਨਹੀਂ ਸਕਦਾ ਜੇ ਇਹਨੂੰ ਕੋਈ ਫਾਇਦਾ ਹੁੰਦਾ ਹੋਵੇ। ਕਿਸਾਨਾਂ ਨੂੰ ਪੂਰਾ ਨੁਕਸਾਨ ਹੋ ਰਿਹਾ ਹੈ ਇਹਨਾਂ ਆਰਡੀਨੈਂਸਾਂ ਦਾ। ਇਸੇ ਕਰਕੇ ਅੱਜ ਸਾਰੇ ਪੰਜਾਬ, ਹਰਿਆਣਾ, ਸਾਰੇ ਹਿੰਦੁਸਤਾਨ ਦੇ ਕਿਸਾਨ ਜਿਹੜੇ ਹੈਗੇ ਉਹ ਸੜਕਾਂ ਤੇ ਆਏ ਹੋਏ ਆ। ਪਰ ਇਹ ਬਹੁਤ ਮੋਦੀ ਸਰਕਾਰ ਦੀ ਮੂੰਹ ਤੇ ਚਪੇੜ ਹੈ, ਮੂੰਹ ਤੇ ਡੈਮੋਕ੍ਰੇਸੀ ਦਾ ਮਤਲਬ ਘਾਣ ਕਰ ਰਹੇ ਹੈ। ਕੋਈ ਡੈਮੋਕ੍ਰੇਸੀ ਇਹਦੇ ਕੋਲ ਹੈ ਹੀ ਨਹੀਂ। ਲੋਕਤੰਤਰ ਨੂੰ ਇਹਨੇ ਬਿਲਕੁਲ ਨਸ਼ਟ ਕਰਤਾ। ਜੇ ਲੋਕਤੰਤਰ ਦੀ ਸਰਕਾਰ ਹੁੰਦੀ ਤਾਂ ਸਾਰਿਆਂ ਨੂੰ ਸਾਨੂੰ ਆਪਣੀ ਗੱਲ ਕਰਨ ਦਾ, ਪੀਸਫੁਲ ਸਾਡੀ ਰਾਜਧਾਨੀ ਵਿੱਚ ਜਾਣ ਦਾ ਹੱਕ ਹੋਣਾ ਚਾਹੀਦਾ ਸੀ, ਰੋਕਣਾ ਨਹੀਂ ਸੀ ਚਾਹੀਦਾ। ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਬੰਦਾ ਆਪਣੀ ਗੱਲ ਨੂੰ ਕਰ ਸਕਦਾ ਹੈ। मैं गुरदयाल सिंह जी ब्यास तो आए हैं, अमृतसर तो। गुरदयाल जी, क्या डिमांड्स हैं आपकी? क्योंकि सरकार तो कह रही है कि हम बात भी करने के लिए तैयार हैं और जो भी समस्याएं हैं उनको दूर की जाएंगी, ये सरकार ने कहा है। आपकी क्या डिमांड है? साडी वीर जी आर-पार की लड़ाई लड़न आए हैं ते आर-पार की लड़ाई लड़ के रवांगे। बिल्कुल जी, आर-पार की लड़ाई लड़ के रवांगे ही। लेकिन जिस तरह से आपको रोका गया है, ये तो पूरे महीनों बद्दी का जो सामान है, और जो अभी उनके बाद जरूरत पड़ेगी तो फिर उसके बाद हम गाड़ी पे लोड कर तो और सामान जो भेज देंगे। सामान की कमी नहीं आएगी, लंगर का सामान जो बिल्कुल पूरा जो हमारे पास तैयारी की हुई है, हमें कोई कमी नहीं आएगी। सामान कहाँ भी जाएंगे, ये राशन हमने जो लोड कर दिया और पीछे लेकर जाएंगे। सामान जितना भी करेगा, हमारी पूरी तैयारियां, चाहे इनको साल लग जाए, 6 महीने लग जाए, राशन की कोई कमी नहीं आने देंगे। ਸੋ ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਉਹ ਦਿੱਲੀ ਵੱਲ ਕੂਚ ਕਰਕੇ ਰਹਿਣਗੇ ਅਤੇ ਰਾਸ਼ਨ ਦੀ ਕੋਈ ਵੀ ਉਹਨਾਂ ਦੇ ਕੋਲ ਕਮੀ ਨਹੀਂ ਆਏਗੀ। ਉਹ ਸਾਰੀਆਂ ਤਿਆਰੀਆਂ ਨਾਲ, ਪੂਰੇ ਬੰਦੋਬਸਤ ਦੇ ਨਾਲ ਆਏ ਨੇ ਅਤੇ ਦਿੱਲੀ ਘੇਰਨ ਦੀ ਜਿਹੜੀ ਰਣਨੀਤੀ ਆ ਉਹਨਾਂ ਦੀ ਉਹ ਪੂਰੀ ਤਰ੍ਹਾਂ ਦੇ ਲਈ ਸਫਲ ਹੋਣ ਜਾਣ ਵਾਲੀ ਹੈ। ਸੋ ਇਸ ਦੇ ਨਾਲ ਹੀ ਰੋਪੜ ਤੋਂ ਸਾਡੇ ਪੱਤਰਕਾਰ ਮਨਪ੍ਰੀਤ ਚਹਿਲ ਸਾਡੇ ਨਾਲ ਫੋਨ ਲਾਈਨ ਤੇ ਨੇ। ਮਨਪ੍ਰੀਤ, ਕਿੰਨੇ ਕੁ ਕਿਸਾਨ ਨੇ, ਕਿੰਨੇ ਕੁ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਰੋਪੜ ਤੋਂ ਦਿੱਲੀ ਵੱਲ ਹੁਣ ਤੱਕ ਕੂਚ ਕਰ ਚੁੱਕੀਆਂ ਨੇ? ਗੁਰਪ੍ਰੀਤ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੱਲ ਰੋਪੜ ਦੇ ਵਿੱਚੋਂ ਇੱਕ ਵੱਡਾ ਜੱਥਾ ਕਰੀਬ 300 ਟਰੈਕਟਰ ਟਰਾਲੀਆਂ ਦੇ ਰੂਪ ਦੇ ਵਿੱਚ ਦਿੱਲੀ ਵੱਲ ਨੂੰ ਰਵਾਨਾ ਹੋਇਆ ਹੈ, ਜੋ ਇੱਥੋਂ ਤਕਰੀਬਨ 11-11:30 ਵਜੇ ਗਏ ਨੇ। ਇਹਦੇ ਵਿੱਚ ਕੇਵਲ ਕਿਸਾਨ ਹੀ ਨਹੀਂ, ਆੜਤੀਏ, ਕਿਸਾਨ ਦੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਅਤੇ ਹੋਰ ਬਹੁਤ ਸਾਰੇ ਜੋ ਸਿੱਧੇ ਅਸਿੱਧੇ ਤੌਰ ਤੇ ਖੇਤੀ ਨਾਲ ਜੁੜੇ ਹੋਏ ਵਿਅਕਤੀ ਸਨ, ਉਹ ਨਾਲ ਗਏ ਨੇ ਜੀ। ਬਿਲਕੁਲ ਮਨਪ੍ਰੀਤ, ਜਿਸ ਤਰ੍ਹਾਂ ਮਨਪ੍ਰੀਤ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੇ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਕਾਨੂੰਨ ਲਿਆਂਦੇ ਗਏ ਨੇ, ਇਸ ਦੇ ਨਾਲ ਜਿਹੜੇ ਵਿਚੋਲੀਏ ਨੇ, ਜਿਨ੍ਹਾਂ ਨੂੰ ਉਹ ਆੜਤੀਏ ਨੂੰ ਦੱਸ ਰਹੇ ਨੇ ਵਿਚੋਲੀਏ, ਕਿ ਉਹ ਹਟ ਜਾਣਗੇ ਵਿੱਚੋਂ, ਕਿਸਾਨ ਸਿੱਧੇ ਤੌਰ ਤੇ ਪ੍ਰਾਈਵੇਟ ਮੰਡੀਆਂ ਦੇ ਵਿੱਚ ਆਪਣੀ ਫਸਲ ਵੇਚ ਸਕਣਗੇ। ਉੱਥੇ ਹੀ ਹੁਣ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਆੜਤੀਏ, ਹਰ ਵਰਗ, ਮਜ਼ਦੂਰ ਵੀ ਜਿਹੜੇ ਦਿੱਲੀ ਵੱਲ ਕੂਚ ਕਰਦੇ ਨਜ਼ਰ ਆ ਰਹੇ ਨੇ। ਜੀ,
ਗੁਰਪ੍ਰੀਤ ਆੜਤੀਆਂ ਦੇ ਕਿਸਾਨਾਂ ਦਾ 9 ਮਾਸ ਦਾ ਰਿਸ਼ਤਾ ਕਿਹਾ ਜਾਂਦਾ ਹੈ, ਕਿਉਂਕਿ ਜਦੋਂ ਕਿਸਾਨ ਨੂੰ ਲੋੜ ਪੈਂਦੀ ਹੈ ਉਹ ਸਭ ਤੋਂ ਪਹਿਲਾਂ ਆੜਤੀਏ ਕੋਲ ਜਾਂਦਾ ਹੈ, ਕਿਉਂਕਿ ਉਹਦੀ ਫਸਲ ਵੀ ਉੱਥੇ ਹੀ ਹੁੰਦੀ ਹੈ ਤੇ ਉਹਨੇ ਆੜਤੀ ਕੋਲ ਹੀ ਫਸਲ ਦੀ ਸਾਰੀ ਆਪਣੀ ਬਕਾਇਆ ਰਾਸ਼ੀ ਲੈਣੀ ਹੁੰਦੀ ਹੈ ਜਾਂ ਉਹਨੇ ਐਡਵਾਂਸ ਪੈਸੇ ਲੈਣੇ ਹੁੰਦੇ, ਆੜਤੀ ਤੋਂ ਲੈਣੇ ਹੁੰਦੇ। ਇਸ ਕਾਨੂੰਨ ਦੇ ਨਾਲ ਸਿੱਧਾ ਆੜਤੀਆਂ ਉੱਤੇ ਵੀ ਅਸਰ ਪੈ ਰਿਹਾ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਲੋੜ ਹੁੰਦੀ ਹੈ ਉਦੋਂ ਅਸੀਂ ਬੈਂਕ ਜਾਣ ਦੀ ਜਗ੍ਹਾ ਅਸੀਂ ਆੜਤੀਆਂ ਕੋਲ ਜਾਂਦੇ ਹਾਂ। ਇਸ ਕਾਨੂੰਨ ਦੇ ਵਿੱਚ ਜਦੋਂ ਆੜਤੀਆਂ ਨੂੰ ਵਿਚੋਲੀਆ ਕਹਿ ਦਿੱਤਾ ਜਾਂਦਾ ਹੈ ਤਾਂ ਉਹ ਇਸ ਚੀਜ਼ ਨੂੰ ਸਵੀਕਾਰ ਨਹੀਂ ਕਰਨਗੇ। ਬਿਲਕੁਲ ਮਨਪ੍ਰੀਤ, ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਆੜਤੀਏ ਨੇ ਉਹਨਾਂ ਦਾ ਇੱਕ ਤਰ੍ਹਾਂ ਦਾ ਬੈਂਕ ਨੇ, ਜਦੋਂ ਉਹਨਾਂ ਨੂੰ ਪੈਸੇ ਦੀ ਥੋੜ੍ਹ ਹੁੰਦੀ ਹੈ ਜਾਂ ਜ਼ਰੂਰਤ ਹੁੰਦੀ ਆ ਤਾਂ ਉਹ ਆੜਤੀਆਂ ਤੋਂ ਆਪਣੇ ਪੈਸੇ ਦੀ ਪੂਰਤੀ ਕਰ ਲੈਂਦੇ ਨੇ। ਉੱਥੇ ਹੀ ਹੁਣ ਜਿਹੜਾ ਤਸ਼ੱਦਦ ਹੋ ਰਿਹਾ ਕਿਸਾਨਾਂ ਦੇ ਉੱਤੇ ਹਰਿਆਣਾ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਤਾਨਾਸ਼ਾਹੀ ਰਵੱਈਆ ਜਿਹੜਾ ਕਿਸਾਨ ਦੱਸਦੇ ਨਜ਼ਰ ਆ ਰਹੇ ਨੇ। ਗੁਰਪ੍ਰੀਤ ਜਲਕਰ ANB ਨਿਊਜ਼ ਦੀ ਟੀਮ ਨੇ ਰੋਪੜ ਦੇ ਵਿੱਚ ਕਿਸਾਨਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਲੰਬੇ ਸਮੇਂ ਦੇ ਤੋਂ ਸ਼ਾਂਤੀਪੂਰਨ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ। ਹੁਣ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੀ ਰਾਜਧਾਨੀ ਦੇ ਵਿੱਚ ਜਾਣਾ ਚਾਹੁੰਦੇ ਹਾਂ। ਜੇ ਅਸੀਂ ਆਪਣੇ ਦੇਸ਼ ਦੇ ਵਿੱਚ ਹੋ ਕੇ, ਦੇਸ਼ ਦੇ ਵਸਿੰਦੇ ਹੋ ਕੇ ਹੀ ਆਪਣੀ ਮੰਗਾਂ ਨੂੰ ਲੈ ਕੇ ਆਪਣੇ ਦੇਸ਼ ਦੀ ਰਾਜਧਾਨੀ ਤੱਕ ਨਹੀਂ ਪਹੁੰਚ ਸਕਦੇ ਤਾਂ ਇਸ ਤੋਂ ਵੱਡੀ ਉਹਨਾਂ ਵਾਸਤੇ ਦਰਦਨਾਕ ਕੀ ਗੱਲ ਹੋ ਸਕਦੀ ਆ। ਇਹ ਉਹਨਾਂ ਵਾਸਤੇ ਬਹੁਤ ਹੀ ਦੁਖਦ ਗੱਲ ਹੈ ਕਿ ਉਹ ਆਪਣੀ ਮੰਗਾਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਨਹੀਂ ਪਹੁੰਚਾ ਪਾ ਰਹੇ। ਮਨਪ੍ਰੀਤ, ਹੋਰ ਕਿੰਨੀਆਂ ਕੁ ਕਿਸਾਨ ਜਥੇਬੰਦੀ ਜਾਂ ਕਿਸਾਨ ਹੋਰ ਨੇ ਜਿਹੜੇ ਉਹ ਦਿੱਲੀ ਵੱਲ ਕੂਚ ਕਰਦੇ ਰੋਪੜ ਤੋਂ ਨਜ਼ਰ ਆ ਰਹੇ ਨੇ, ਜੇਕਰ ਹੁਣ ਦੀ ਗੱਲ ਕੀਤੀ ਜਾਵੇ? ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਫਿਲਹਾਲ ਕੋਈ ਜਥੇਬੰਦੀ ਨਹੀਂ ਹੈ। ਜ਼ਿਆਦਾਤਰ ਜਥੇਬੰਦੀਆਂ ਕੱਲ ਉੱਥੇ ਪਹੁੰਚ ਚੁੱਕੀਆਂ ਨੇ। ਉਹਨਾਂ ਨੇ ਸ਼ੰਭੂ ਬਾਰਡਰ ਕੱਲ ਰਾਤ ਤੱਕ ਕ੍ਰਾਸ ਕਰ ਲਿਆ ਸੀਗਾ। ਸਾਡੀ ਜਾਣਕਾਰੀ ਮੁਤਾਬਿਕ ਅਸੀਂ ਆਪਣੇ ਸੂਤਰਾਂ ਤੋਂ ਪਤਾ ਕੀਤਾ ਸੀਗਾ ਕਰਨਾਲ ਦੇ ਕੋਲ ਸੀ ਜਥੇਬੰਦੀਆਂ ਰੋਪੜ ਤੋਂ ਨਿਕਲੀਆਂ ਸੀਗੀਆਂ। ਤੇ ਅੱਜ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ, ਜਦੋਂ ਇਹ ਨੌਜਵਾਨ ਵਰਗ ਸਾਰਾ ਦਿੱਲੀ ਵੱਲ ਨੂੰ ਕੂਚ ਕੀਤਾ ਤਾਂ ਅੱਜ ਟੋਲ ਪਲਾਜ਼ਿਆਂ ਉੱਤੇ ਜਿਹੜੇ ਬਜ਼ੁਰਗ ਹੁੰਦੇ ਆ ਪਿੰਡ ਦੀਆਂ ਸੱਥਾਂ ਦੇ ਵਿੱਚ ਬੈਠਦੇ ਹੁੰਦੇ ਸੀ, ਉਹ ਟੋਲ ਪਲਾਜ਼ੇ ਦੇ ਉੱਤੇ ਆ ਕੇ ਬੈਠ ਗਏ। ਮਤਲਬ ਹੁਣ ਉਹਨਾਂ ਨੇ ਜਿੰਮਾ ਚੱਕ ਲਿਆ ਹੈ ਕਿ ਜਿਹੜਾ ਕੇਂਦਰ ਸਰਕਾਰ ਦੇ ਟੋਲ ਪਲਾਜ਼ੇ ਆ ਜਾਂ ਰਿਲਾਇੰਸ ਦੇ ਉਹ ਬੰਦ ਕੀਤੇ ਹੋਏ ਨੇ, ਮਾਲਸ ਬੰਦ ਕੀਤੇ ਹੋਏ ਨੇ, ਹੁਣ ਉਹਨਾਂ ਨੇ ਉੱਥੇ ਆਪਣਾ ਧਰਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ ਜੀ। ਮਨਪ੍ਰੀਤ, ਦੇ ਜਿਹੜੇ ਟੋਲ ਪਲਾਜ਼ਿਆਂ ਦੇ ਧਰਨੇ ਪ੍ਰਦਰਸ਼ਨ ਨੇ ਜਿਹੜੇ ਦੱਸਿਆ ਜਾ ਰਿਹਾ ਹੈ, ਇਸ ਦੇ ਨਾਲ ਕਿਉਂਕਿ ਵੱਡੇ ਘਰਾਣੇ ਨੇ ਉਹਨਾਂ ਨੂੰ ਕੋਈ ਫਰਕ ਪੈਂਦਾ ਹੋਇਆ ਨਜ਼ਰ ਆਊਗਾ ਜਿਹੜੇ ਟੋਲ ਪਲਾਜ਼ੇ ਵਗੈਰਾ ਬੰਦ ਕੀਤੇ ਹੋਏ ਨੇ ਜਾਂ ਰਿਲਾਇੰਸ ਪੰਪ ਦੇ ਉੱਤੇ ਕਿਸਾਨਾਂ ਦੇ ਧਰਨੇ ਜਾਰੀ ਨੇ? ਗੁਰਪ੍ਰੀਤ, ਇਹਦਾ ਸਭ ਤੋਂ ਵੱਡਾ ਅਸਰ ਕੇਂਦਰ ਸਰਕਾਰ ਦੇ ਉੱਤੇ ਹੀ ਪਏਗਾ, ਕਿਉਂਕਿ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਹਾਈਵੇਜ਼ ਦੇ ਉੱਤੇ ਟੋਲ ਪਲਾਜ਼ੇ ਲਗਾਏ ਗਏ ਨੇ। ਉਹਨਾਂ ਨੂੰ ਆਮਦਨ ਦਾ ਸਰੋਤ ਹੈ, ਇਹ ਇੱਕ ਬਹੁਤ ਵੱਡਾ ਸਰੋਤ ਹੈ। ਜੇਕਰ ਆਮਦਨ ਨਹੀਂ ਹੋਏਗੀ ਤਾਂ ਕੇਂਦਰ ਸਰਕਾਰ ਦਾ ਮਾਲੀਆ ਅਰਥਚਾਰੇ ਉੱਤੇ ਬਹੁਤ ਵੱਡਾ ਫਰਕ ਪਏਗਾ। ਜੇਕਰ ਗੱਲ ਕਰੀਏ ਪ੍ਰਾਈਵੇਟ ਏਜੰਸੀਆਂ ਦੇ ਜਿਨ੍ਹਾਂ ਵਿੱਚ ਰਿਲਾਇੰਸ ਦੇ ਮਾਲ ਵੀ ਹੈ ਨਾ, ਤਾਂ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਇਸਦਾ ਅਸਰ ਪੈ ਰਿਹਾ ਹੈ, ਕਿਉਂਕਿ ਪਿਛਲੇ 2 ਮਹੀਨੇ ਤੋਂ ਉਹ ਬੰਦ ਹੀ ਚੱਲ ਰਹੇ ਨੇ, ਉਹਨਾਂ ਦੀ ਕੋਈ ਇਨਕਮ ਨਹੀਂ ਹੋਈ ਹੈਗੀ। ਕਿਸਾਨ ਸ਼ਾਂਤਮਈ ਢੰਗ ਦੇ ਨਾਲ ਲੰਬੇ ਸਮੇਂ ਤੋਂ ਕਰੀਬ 1.5 ਮਹੀਨੇ ਤੋਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਤੇ ਬੈਠੇ ਨੇ। ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਹੋਈ ਪਰ ਉਹ ਮੀਟਿੰਗਾਂ ਦੇ ਵਿੱਚ ਵੀ ਕੋਈ ਨਿਕਲ ਕੇ ਸਾਹਮਣੇ ਨਹੀਂ ਆਇਆ, ਜਿਸ ਤੋਂ ਬਾਅਦ ਮਜਬੂਰੀ ਵਸ ਹੁਣ ਕਿਸਾਨ ਨੇ ਜਿਹੜੇ ਦਿੱਲੀ ਵੱਲ ਕੂਚ ਕਰਨ ਲਈ ਮਜਬੂਰ ਨੇ। ਕੀ ਲੱਗਦਾ ਹੁਣ ਦਿੱਲੀ ਦੇ ਵਿੱਚ ਜਾ ਕੇ ਉਹ ਆਪਣੀਆਂ ਮੰਗਾਂ ਨੇ ਜਿਹੜੀਆਂ ਉਹ ਮਨਵਾ ਪਾਉਣਗੇ? ਗੁਰਪ੍ਰੀਤ, ਪੂਰੇ ਨਿਸ਼ਚਾ ਕਰਕੇ ਕਿਸਾਨ ਜਥੇਬੰਦੀਆਂ ਸਾਰੇ ਪੰਜਾਬ ਦੀਆਂ, ਜੇਕਰ ਕਿਹਾ ਜਾਵੇ ਤਾਂ ਸਾਰੇ ਹਿੰਦੁਸਤਾਨ ਦੇ ਦਿੱਲੀ ਵੱਲ ਕੂਚ ਕੀਤੀਆਂ ਹੋਈਆਂ ਨੇ ਤੇ ਦਿੱਲੀ ਦੇ ਬਾਰਡਰ ਦੇ ਉੱਤੇ ਬੈਠੀਆਂ ਨੇ। ਖਾਸ ਕਰਕੇ ਪੰਜਾਬ ਦੇ ਜਥੇਬੰਦੀਆਂ ਦਿੱਲੀ ਦੇ ਅੰਦਰ ਐਂਟਰੈਂਸ ਦਿੱਤੀ ਜਾ ਰਹੀ, ਬਹੁਤ ਤਗੜਾ ਇੱਕ ਉੱਥੇ ਇੰਤਜ਼ਾਮ ਕੀਤਾ ਗਿਆ ਦਿੱਲੀ ਪੁਲਿਸ ਵੱਲੋਂ, CISF ਵੱਲੋਂ। ਪਰ ਗੱਲ ਇਹ ਹੈ ਕਿ ਉਹ ਚਾਹੁੰਦੇ ਹੈ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਅਸੀਂ ਦਿੱਲੀ ਦੇ ਉੱਤੇ ਹੀ ਬੈਠ ਕੇ ਆਪਣਾ ਧਰਨਾ ਦੇਵਾਂਗੇ। ਦਿੱਲੀ ਦੇ ਵਿੱਚ ਹੀ ਬੈਠ ਕੇ ਦਿੱਲੀ ਨੂੰ ਅਸੀਂ ਆਪਣੇ ਦੁੱਖ ਤਕਲੀਫ ਦੱਸਣਾ ਚਾਹੁੰਦੇ ਹਾਂ, ਅਸੀਂ ਹੋਰ ਕੁਝ ਕਰਨ ਨਹੀਂ ਆਏ। ਕਿਉਂਕਿ ਕਿਸਾਨ ਜਥੇਬੰਦੀਆਂ ਇੱਥੋਂ 6-6 ਮਹੀਨੇ ਦਾ ਰਾਸ਼ਨ ਆਪਣੇ ਨਾਲ ਲੈ ਕੇ ਗਏ ਨੇ ਤੇ ਉਹ ਬਹੁਤ ਲੰਬੇ ਸੰਘਰਸ਼ ਵਾਸਤੇ ਉੱਥੇ ਗਏ ਨੇ ਜਦ ਤੱਕ ਉਹ ਇਸ ਬਿੱਲ ਨੂੰ ਵਾਪਸ ਨਹੀਂ ਲੈ ਲੈਂਦੇ। ਮਨਪ੍ਰੀਤ, ਤੁਹਾਡਾ ਤਮਾਮ ਜਾਣਕਾਰੀ ਲਈ। ਸੋ ਤਸਵੀਰਾਂ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਰਹੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਫੋਰਸ ਹੈ ਜਿਹੜੀ ਉਹ ਤੈਨਾਤ ਕੀਤੀ ਗਈ ਹੈ ਕਿਸਾਨਾਂ ਨੂੰ ਰੋਕਣ ਦੇ ਲਈ, ਤਾਂ ਜੋ ਕਿਸਾਨ ਨੇ ਉਹ ਦਿੱਲੀ ਨਾ ਪਹੁੰਚ ਸਕਣ। ਹਰਿਆਣਾ ਸਰਕਾਰ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਬੰਦੋਬਸਤ ਕੀਤੇ ਹੋਏ ਨੇ। ਉੱਥੇ ਹੀ ਕਿਸਾਨ ਲਗਾਤਾਰ ਇਸ ਜਿੱਦ ਤੇ ਡਟੇ ਹੋਏ ਨੇ ਕਿ ਉਹ ਦਿੱਲੀ ਜਾ ਕੇ ਹੀ ਰਹਿਣਗੇ। ਕਿਸਾਨਾਂ ਦਾ ਕਹਿਣਾ ਕਿ ਉਹ ਆਪਣੀਆਂ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰ ਰਹੇ ਨੇ, ਪਰ ਕੇਂਦਰ ਸਰਕਾਰ ਤਾਨਾਸ਼ਾਹੀ ਰਵੱਈਆ ਦੇ ਕਾਰਨ ਉਹਨਾਂ ਦੇ ਉੱਤੇ ਜੋ ਤਸ਼ੱਦਦ ਕਰ ਰਹੀ ਹੈ ਉਹ ਇੱਕ ਤਾਨਾਸ਼ਾਹੀ ਰਵੱਈਆ ਕੇਂਦਰ ਸਰਕਾਰ ਦਾ, ਪਰ ਉਹ ਸ਼ਾਂਤਮਈ ਢੰਗ ਨਾਲ ਲੋਕਤੰਤਰਿਕ ਢੰਗ ਦੇ ਨਾਲ ਆਪਣਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ। ਸੋ ਉੱਥੇ ਹੀ ਲਗਾਤਾਰ ਕਿਸਾਨ ਬੈਰੀਕੇਡ ਤੋੜ ਕੇ ਦਿੱਲੀ ਵੱਲ ਪੂਰੇ ਜੋਸ਼ ਜਨੂਨ ਦੇ ਨਾਲ ਕੂਚ ਕਰਦੇ ਹੋਏ ਨਜ਼ਰ ਆਏ ਨੇ। ਸੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਹੋਏ ਨਜ਼ਰ ਆ ਰਹੇ ਨੇ। ਬੈਰੀਕੇਡਿੰਗ ਕੀਤੀ ਗਈ ਹੈ ਤਾਂ ਜੋ ਕਿਸਾਨ ਨੇ ਜਿਹੜੇ ਉਹਨਾਂ ਨੂੰ ਇੱਥੇ ਹੀ ਰੋਕਿਆ ਜਾ ਸਕੇ ਅਤੇ ਉਹ ਦਿੱਲੀ ਨਾ ਪਹੁੰਚ ਸਕਣ।
ਸੋ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਟਰੈਕਟਰ ਟਰਾਲੀਆਂ ਦਿੱਲੀ ਵੱਲ ਕੂਚ ਕਰਦੀਆਂ ਨਜ਼ਰ ਆ ਰਹੀਆਂ ਨੇ। ਨਾਲ ਹੀ ਕਿਸਾਨ ਆਪਣਾ ਰਾਸ਼ਨ ਵੀ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪੱਕੇ ਮੋਰਚੇ ਤੇ ਜਾਣਗੇ ਅਤੇ 5-6 ਮਹੀਨੇ ਦਾ ਰਾਸ਼ਨ ਉਹ ਆਪਣੇ ਕੋਲ ਨਾਲ ਲੈ ਕੇ ਜਾਣਗੇ, ਤਾਂ ਜੋ ਲੰਬਾ ਸੰਘਰਸ਼ ਵੀ ਜੇ ਉਹਨਾਂ ਨੂੰ ਕਰਨਾ ਪਿਆ ਤਾਂ ਕਿਸੇ ਪ੍ਰਕਾਰ ਦੀ ਉਹਨਾਂ ਨੂੰ ਦਿੱਕਤ ਨਾ ਆਵੇ। ਇਸ ਦੇ ਚੱਲਦੇ ਉਹ ਪੂਰੇ ਬੰਦੋਬਸਤ ਦੇ ਨਾਲ ਦਿੱਲੀ ਦੇ ਵੱਲ ਕੂਚ ਕਰਦੇ ਹੋਏ ਹੁਣ ਨਜ਼ਰ ਆ ਰਹੇ ਨੇ। ਸੋ ਕਿਸਾਨਾਂ ਦੇ ਨਾਲ ਬਜ਼ੁਰਗ, ਉਹਨਾਂ ਦੇ ਪਰਿਵਾਰ ਵੀ ਇਸ ਸੰਘਰਸ਼ ਦੇ ਵਿੱਚ ਸ਼ਾਮਲ ਨੇ। ਉੱਥੇ ਹੀ ਇੱਕ ਮਜ਼ਦੂਰ ਵਰਗ ਦੀ ਗੱਲ ਕੀਤੀ ਜਾਵੇ, ਆੜ੍ਹਤੀਆ ਵਰਗ ਜੋ ਕਿ ਕਿਸਾਨਾਂ ਦੇ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਹੋਏ ਨੇ, ਉਹ ਸਾਰੇ ਹੀ ਵਰਗ ਇਹਨਾਂ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਦੇ ਨਾਲ ਹੁਣ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆ ਵੀ ਰਹੇ ਨੇ ਤੇ ਅੱਗੇ ਵੀ ਆਉਣਗੇ। ਇਸ ਦੇ ਚੱਲਦੇ ਕਿਸਾਨ ਪਹਿਲਾਂ ਹੀ ਸਮਝ ਚੁੱਕੇ ਨੇ ਅਤੇ ਹੁਣ ਲਗਾਤਾਰ ਜਿਹੜਾ ਉਹਨਾਂ ਦਾ ਪ੍ਰਦਰਸ਼ਨ ਹੈ ਉਹ ਇੱਕ ਲੰਬੀ ਲੜਾਈ ਬਣ ਚੁੱਕਿਆ ਹੈ, ਜਿਸ ਨੂੰ ਲੜਨ ਦੇ ਲਈ ਕਿਸਾਨ ਹੁਣ ਪੂਰੀ ਤਰ੍ਹਾਂ ਦੇ ਲਈ ਤਿਆਰ ਨਜ਼ਰ ਆ ਰਹੇ ਨੇ। ਸੋ ਲਗਾਤਾਰ ਕੇਂਦਰ ਅਤੇ ਭਾਜਪਾ ਸਰਕਾਰ ਖਿਲਾਫ ਕਿਸਾਨਾਂ ਦੇ ਵੱਲੋਂ ਨਾਅਰੇ ਲਗਾਏ ਜਾ ਰਹੇ ਨੇ। ਕਿਸਾਨ ਵਿਰੋਧੀ ਕਾਨੂੰਨ ਜਿਹੜੇ ਲਿਆਂਦੇ ਨੇ ਉਸ ਤੇ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ। ਸੋ ਉੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਪਿੱਛੇ ਬੈਰੀਕੇਡਿੰਗ ਤੋੜ ਕੇ ਆਏ ਨੇ ਤਾਂ ਦਿੱਲੀ ਉਹਨਾਂ ਦੇ ਲਈ ਦੂਰ ਨਹੀਂ ਅਤੇ ਉਹ ਜਲਦ ਹੀ ਦਿੱਲੀ ਪਹੁੰਚ ਜਾਣਗੇ ਅਤੇ ਰਾਜਧਾਨੀ ਦੇ ਵਿੱਚ ਜਾ ਕੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪੱਕੇ ਮੋਰਚੇ ਲਗਾਉਣਗੇ, ਤਾਂ ਜੋ ਕੇਂਦਰ ਸਰਕਾਰ ਹੈ ਜਿਹੜੀ ਉਹਨਾਂ ਦੇ ਅੱਗੇ ਝੁਕਦੀ ਹੋਈ ਨਜ਼ਰ ਆਏ ਅਤੇ ਉਹਨਾਂ ਦੀਆਂ ਮੰਗਾਂ ਨੂੰ ਮੰਨਿਆ ਜਾਏ। ਪਟਿਆਲਾ ਤੋਂ ਅਵਿਨਾਸ਼ ਕੰਬੋਜ ਸਾਡੇ ਪੱਤਰਕਾਰ ਵੀ ਫੋਨ ਲਾਈਨ ਤੇ ਨੇ। ਅਵਿਨਾਸ਼, ਪਟਿਆਲੇ ਤੋਂ ਕਿੰਨੇ ਕਿਸਾਨ ਨੇ ਜਿਹੜੇ ਉਹ ਦਿੱਲੀ ਵੱਲ ਕੂਚ ਕਰਦੇ ਨਜ਼ਰ ਆਏ ਨੇ ਤੇ ਹੁਣ ਦੀਆਂ ਕੀ ਤਸਵੀਰਾਂ ਨੇ, ਕੀ ਜਾਣਕਾਰੀਆਂ ਹੁਣ ਬਾਰੇ? ਜੀ ਗੱਲ ਕਰੀਏ ਤਾਂ ਪਟਿਆਲਾ ਦੇ ਸ਼ੰਭੂ ਬਾਰਡਰ ਤੋਂ ਕਾਫੀ ਬੜੀ ਗਿਣਤੀ ਜਿਹੜੇ ਪੰਜਾਬ ਦੇ ਕਿਸਾਨ ਜਥੇਬੰਦੀ ਸੀ, ਕਾਫੀ ਟਰੈਲੀਆਂ ਦੇ ਰਾਹੀਂ ਜਿਹੜਾ ਹੈ ਬੈਰੀਕੇਡ ਤੋੜ ਕੇ ਜਿਹੜੇ ਦਿੱਲੀ ਦੀ ਤਰਫ ਰਵਾਨਾ ਹੋ ਚੁੱਕੇ ਨੇ ਤੇ ਹੋਰ ਵੀ ਕਿਸਾਨ ਆਗੂ ਜਿਹੜੇ ਅੱਜ ਰਵਾਨਾ ਹੋਣਗੇ ਤਾਂ ਕਿਤੇ ਨਾ ਕਿਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਜਥੇਬੰਦੀਆਂ ਸੀਗੀਆਂ ਤੇ ਉਹ ਪਟਿਆਲਾ ਦੇ ਬਾਰਡਰ ਤੋਂ ਜਿਹੜਾ ਸ਼ੰਭੂ ਬਾਰਡਰ ਹੈ ਉਹ ਕ੍ਰੋਸ ਕਰਕੇ ਬੈਰੀਕੇਡ ਤੋੜ ਕੇ ਜਿਹੜਾ ਦਿੱਲੀ ਦੀ ਤਰਫ ਕੂਚ ਕਰ ਚੁੱਕੇ ਨੇ। ਜੀ ਅਵਿਨਾਸ਼, ਕਿਸਾਨਾਂ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੋਣੀ ਹੈ। ਇਸ ਵਾਰ ਪੂਰੇ ਜੋਸ਼ ਜਜ਼ਬੇ ਦੇ ਨਾਲ, ਪੂਰੇ ਜਨੂਨ ਦੇ ਵਿੱਚ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਮਨਵਾ ਕੇ ਹੀ ਵਾਪਸ ਮੁੜਨਗੇ। ਜੀ ਸਾਫ਼ ਤੌਰ ਤੇ ਕਿਸਾਨ ਜਥੇਬੰਦੀਆਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਜਦ ਤੱਕ ਇਹ ਕਾਲਾ ਕਾਨੂੰਨ ਰੱਦ ਨਹੀਂ ਹੁੰਦਾ ਤਦ ਤੱਕ ਉਹ ਦਿੱਲੀ ਤੋਂ ਵਾਪਸ ਨਹੀਂ ਆਣਗੇ। ਇਹਦੇ ਲਈ ਜੋ ਵੀ ਕਰਨਾ ਪਏਗਾ ਕਿਸਾਨ ਜਥੇਬੰਦੀਆਂ ਉਹ ਕਰਨਗੀਆਂ, ਲੇਕਿਨ ਦਿੱਲੀ ਪਹੁੰਚ ਕੇ ਇਹ ਕਾਲਾ ਕਾਨੂੰਨ ਜਿਹੜਾ ਹੈ ਬਿੱਲ ਲਿਆਂਦੇ ਗਏ ਰੱਦ ਕਰਾ ਕੇ ਹੀ ਜਿਹੜੇ ਕਿਸਾਨ ਹੈ ਉਹ ਵਾਪਸ ਆਣਗੇ। ਜੀ ਅਵਿਨਾਸ਼, ਕੇਂਦਰ ਦੇ ਜਿਹੜੇ ਕੁਝ ਮੰਤਰੀ ਨੇ, ਵਿਧਾਇਕ ਨੇ, ਲਗਾਤਾਰ ਸਮਝਾਉਣ ਦਾ ਯਤਨ ਕੀਤਾ ਜਾ ਰਿਹਾ ਕਿਸਾਨਾਂ ਨੂੰ ਕਿ ਇੱਕ ਕਿਸਾਨਾਂ ਦੇ ਲਈ ਲਾਹੇਵੰਦ ਨੇ, ਉੱਥੇ ਹੀ ਹੁਣ ਕਿਸਾਨ ਸਮਝ ਚੁੱਕੇ ਨੇ ਤੇ ਇਹ ਜਿਹੜਾ ਤਾਲਮੇਲ ਹੈ ਕਿਸਾਨਾਂ ਦਾ ਕੇਂਦਰ ਦਾ ਹੁੰਦਾ ਨਜ਼ਰ ਨਹੀਂ ਆ ਰਿਹਾ, ਜਿਸ ਦੇ ਚੱਲਦੇ ਜਿਹੜਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ। ਬਿਲਕੁਲ ਇੱਕ ਨੀਤੀ ਤਹਿਤ ਇਸ ਤਰੀਕੇ ਨਾਲ ਮਿੱਠਾ ਜ਼ਹਿਰ ਦਿੱਤਾ ਜਾਏ ਬੰਦੇ ਨੂੰ ਨਾ ਹੋਵੇ, ਪਰ ਅਸੀਂ ਮਿੱਠਾ ਜ਼ਹਿਰ ਲੋਕਾਂ ਨੂੰ ਦੱਸਣ ਦੇ ਕਾਮਯਾਬ ਹੋ ਗਏ। ਲੋਕ ਇਹਨਾਂ ਤੇ ਗੁੰਮਰਾਹ ਕਰਨ ਕਰਦੇ ਨਹੀਂ ਆ। ਜਿਹੜੇ ਸਰਕਾਰਾਂ ਦਾ ਕਹਿਣਾ ਵੀ ਵਪਾਰੀ ਦਾ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਤੇ ਕਿਸਾਨ ਹਟ ਜਾਣਾ ਚਾਹੀਦਾ, ਕਿਸਾਨਾਂ ਨੂੰ ਲੋਕਾਂ ਦਾ ਨੁਕਸਾਨ ਹੈ ਉਹਦੇ ਬਾਰੇ ਆ ਦੇਖੋ ਲੋਕਾਂ ਦਾ ਨੁਕਸਾਨ ਕਰਕੇ 20 ਅਕਤੂਬਰ ਤੋਂ ਲੰਘਾ ਹੁਣ ਸਾਰੀਆਂ ਟ੍ਰੇਨਾਂ ਬਿਲਕੁਲ ਕੋਈ ਇਹੋ ਜਿਹੀ ਗੱਲ ਨਹੀਂ। ਤੁਸੀਂ ਕਿਸਾਨਾਂ ਦਾ ਜਿਹੜਾ ਸੋ ਲਗਾਤਾਰ ਕਿਸਾਨ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਨਜ਼ਰ ਆ ਰਹੇ ਨੇ। ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਉਹ ਦਿੱਲੀ ਵੱਲ ਚਾਲੇ ਪਾ ਕੇ ਹੀ ਰਹਿਣਗੇ। ਉੱਥੇ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ, ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਪਣੇ ਹੀ ਸਾਧਨਾਂ ਦੇ ਰਾਹੀਂ ਦਿੱਲੀ ਦੇ ਵੱਲ ਕੂਚ ਕਰਦੇ ਨਜ਼ਰ ਆ ਰਹੇ ਨੇ। ਸੋ ਜ਼ਿਆਦਾਤਰ ਕਿਸਾਨ ਨੇ ਜਿਹੜੇ ਉਹ ਦਿੱਲੀ ਵੱਲ ਨੂੰ ਰਵਾਨਾ ਹੋ ਚੁੱਕੇ ਨੇ। ਪੰਜਾਬ ਤੋਂ ਜਿਹੜੀਆਂ ਤਸਵੀਰਾਂ ਨੇ, ਹਰਿਆਣਾ ਤੋਂ ਤਸਵੀਰਾਂ ਨੇ, NB ਨਿਊਜ਼ ਤੁਹਾਨੂੰ ਐਕਸਕਲੂਸਿਵ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ। ਉੱਥੇ ਹੀ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕਿਸਾਨ ਕਦੋਂ ਦਿੱਲੀ ਪਹੁੰਚਦੇ ਨੇ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਨੇ ਜਿਹੜੇ ਉਹ ਸੰਘਰਸ਼ ਕਰਦੇ ਹੁਣ ਨਜ਼ਰ ਆ ਰਹੇ ਨੇ। ਸੋ ਉੱਥੇ ਹੀ ਪ੍ਰਸ਼ਾਸਨ ਵੱਲੋਂ ਪੂਰੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ। ਸੋ ਵੱਡੀ ਗਿਣਤੀ ਦੇ ਵਿੱਚ ਬੈਰੀਕੇਡਿੰਗ ਕੀਤੀ ਹੋਈ ਨਜ਼ਰ ਆ ਰਹੀ ਹੈ ਤਾਂ ਜੋ ਕਿਸਾਨ ਨੇ ਇਸ ਨੂੰ ਨਾ ਤੋੜ ਸਕਣ ਅਤੇ ਅੱਗੇ ਨਾ ਜਾ ਸਕਣ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੰਡਿਆਲੀ ਤਾਰ ਬੈਰੀਕੇਡਿੰਗ ਦੇ ਉੱਤੇ ਕੀਤੀ ਹੋਈ ਨਜ਼ਰ ਆ ਰਹੀ ਹੈ। ਵੱਡੇ ਇੰਤਜ਼ਾਮ ਨੇ।
ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਤਾਂ ਜੋ ਇਸ ਬੈਰੀਗੇਟਿੰਗ ਨੂੰ ਕਿਸਾਨ ਨਾ ਤੋੜ ਸਕਣ। ਸੋ ਐਨਬੀ ਨਿਊਜ਼ ਤੇ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਫੋਰਸ ਤੈਨਾਤ ਕੀਤੀ ਗਈ ਹੈ, ਵੱਡੀ ਗਿਣਤੀ ਦੇ ਵਿੱਚ ਫੋਰਸ ਤੈਨਾਤ ਕੀਤੀ ਹੋਈ ਹੈ ਤਾਂ ਜੋ ਕਿਸੇ ਵੀ ਕੀਮਤ ਤੇ ਕਿਸਾਨ ਇਸ ਬੈਰੀਗੇਟਿੰਗ ਨੂੰ ਨਾ ਤੋੜ ਸਕਣ, ਕਿਉਂਕਿ ਹਰਿਆਣਾ ਦੇ ਵਿੱਚ ਕਈ ਥਾਵਾਂ ਤੇ ਕਿਸਾਨਾਂ ਵੱਲੋਂ ਬੈਰੀਕੇਡਿੰਗ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹੁਣ ਉੱਥੇ ਹੀ ਕਿਸਾਨ ਪਾਣੀਪਤ ਨੂੰ ਵੀ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕਿਸਾਨ ਕਦੋਂ ਦਿੱਲੀ ਪਹੁੰਚਦੇ ਨੇ। ਸੋ ਲਾਈਵ ਤਸਵੀਰਾਂ ਐਨਬੀ ਨਿਊਜ਼ ਤੁਹਾਨੂੰ ਦਿਖਾ ਰਿਹਾ ਹੈ ਜਿਸ ਤਰ੍ਹਾਂ ਨਾਲ ਕਿਸਾਨ ਇੱਕ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਸੰਘਰਸ਼ ਤਾਂ ਕਿਸਾਨਾਂ ਦਾ ਲੰਬੇ ਸਮੇਂ ਤੋਂ ਜਾਰੀ ਸੀ, ਪਰ ਹੁਣ ਦੇਸ਼ ਭਰ ਦੀਆਂ 450 ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਕੂਚ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਆਪਣੇ ਆਪਣੇ ਸਾਧਨਾਂ ਤੇ ਕਿਸਾਨ ਦਿੱਲੀ ਦੇ ਵੱਲ ਕੂਚ ਕਰਦੇ ਨਜ਼ਰ ਆ ਰਹੇ ਨੇ। ਸੋ ਲਗਾਤਾਰ ਕਿਸਾਨੀ ਮਸਲੇ ਨੂੰ ਲੈ ਕੇ ਲਾਈਵ ਤਸਵੀਰਾਂ ਐਨਬੀ ਨਿਊਜ਼ ਤੁਹਾਨੂੰ ਦਿਖਾਉਂਦਾ ਰਹੇਗਾ। ਫਿਲਹਾਲ ਹੁਣ ਤੱਕ ਲਈ ਇਨਾ ਹੀ, ਮੈਨੂੰ ਦਿਓ ਆਗਿਆ, ਧੰਨਵਾਦ।